السلام علیکم ورحمۃ اللہ وبرکاتہ۔ اشہد ان لا الہ الا اللہ وحدہ لا شریک لہ واشہد ان محمدا عبدہ ورسولہ، اما بعد فاعوذ باللہ من الشیطان الرجیم، بسم اللہ الرحمن الرحیم۔ قل یا اہل الکتاب تعالوا الی کلمۃ سواء بیننا وبینکم الا نعبد الا اللہ ولا نشرک بہ شیئا۔ سورت آل عمران آیت نمبر 65۔ ਸਤਿਕਾਰਯੋਗ ਪ੍ਰਧਾਨ ਸਭਾ ਅਤੇ ਮੇਰੇ ਸੱਜਣੋ, ਅੱਜ ਦੇ ਇਸ ਮੁਬਾਰਕ ਅਵਸਰ 'ਤੇ ਮੈਨੂੰ ਇਹ ਹੁਕਮ ਹੋਇਆ ਹੈ ਕਿ ਮੈਂ ਆਪ ਜੀ ਦੇ ਸਾਹਮਣੇ ਅਮਨ, ਸ਼ਾਂਤੀ ਅਤੇ ਇਸਲਾਮ ਜਮਾਤ-ਏ ਅਹਿਮਦੀਆ ਦੇ ਵਿਸ਼ਵ ਵਿਆਪੀ 5ਵੇਂ ਰੂਹਾਨੀ ਖਲੀਫਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਜੀ ਦੀਆਂ ਲਿਖਤਾਂ ਅਨੁਸਾਰ ਦੇ ਸਿਰਲੇਖ ਹੇਠ ਕੁਝ ਬਿਆਨ ਕਰਾਂ। ਸੋ ਅੱਜ ਦੇ ਇਸ ਆਧੁਨਿਕ ਯੁੱਗ ਵਿੱਚ ਮਨੁੱਖ ਨੂੰ ਜਿੰਨੀਆਂ ਸਹੂਲਤਾਂ ਅਤੇ ਆਸਾਨੀਆਂ ਪ੍ਰਾਪਤ ਹੋਈਆਂ ਹਨ, ਇੰਨੀਆਂ ਸਹੂਲਤਾਂ ਇਸ ਨੂੰ ਇਸ ਤੋਂ ਪਹਿਲਾਂ ਕਦੇ ਵੀ ਪ੍ਰਾਪਤ ਨਹੀਂ ਹੋਈਆਂ। ਇਸ ਮਸ਼ੀਨੀ ਯੁੱਗ ਵਿੱਚ ਮਨੁੱਖ ਵੀ ਇੱਕ ਮਸ਼ੀਨ ਦਾ ਪੁਰਜ਼ਾ ਬਣ ਕੇ ਰਹਿ ਗਿਆ ਹੈ। ਇੰਨੀਆਂ ਸਹੂਲਤਾਂ ਦੇ ਹੋਣ ਦੇ ਉਪਰੰਤ ਵੀ ਮਨੁੱਖ ਅਮਨ, ਸ਼ਾਂਤੀ, ਨਿਮਰਤਾ ਅਤੇ ਸਕੂਨ ਤੋਂ ਦੂਰ ਹੈ। ਇਨਸਾਨੀਅਤ ਅਤੇ ਮਾਨਵਤਾ ਦੀਆਂ ਗੱਲਾਂ ਤਾਂ ਸਾਰੇ ਹੀ ਕਰਦੇ ਹਨ, ਪਰ ਵਿਰਲੇ ਹੀ ਹਨ ਜਿਹੜੇ ਹਕੀਕਤ ਵਿੱਚ ਸੰਸਾਰ ਵਿੱਚ ਅਮਨ ਅਤੇ ਸ਼ਾਂਤੀ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ। ਅਜਿਹੇ ਬੇਚੈਨੀ ਦੇ ਮਾਹੌਲ ਵਿੱਚ ਜਦੋਂ ਦੂਜੀਆਂ ਕੌਮਾਂ ਵੀ ਅਤੇ ਮੁਸਲਮਾਨ ਮੁਲਕ ਵੀ ਆਪਸ ਵਿੱਚ ਉਲਝੇ ਹੋਏ ਹਨ ਅਤੇ ਇੱਕ ਦੂਜੇ ਦਾ ਰਕ ਬਹਾ ਰਹੇ ਹਨ, ਅਜਿਹੇ ਮਾਹੌਲ ਵਿੱਚ ਇਮਾਮ ਜਮਾਤ-ਏ ਅਹਿਮਦੀਆ ਸੰਸਾਰ ਵਿੱਚ ਅਮਨ ਅਤੇ ਸ਼ਾਂਤੀ ਦੀ ਸਥਾਪਨਾ ਲਈ ਸੰਸਾਰ ਦੇ ਹਰ ਦੇਸ਼ ਅਤੇ ਉੱਥੇ ਦੇ ਸਿਆਸਤਦਾਨਾਂ ਨੂੰ ਅਮਨ ਅਤੇ ਸ਼ਾਂਤੀ ਦਾ ਸੰਦੇਸ਼ ਦੇ ਰਹੇ ਹਨ। ਅਤੇ ਸਾਡਾ ਇਹ ਪੱਕਾ ਵਿਸ਼ਵਾਸ ਹੈ ਕਿ ਆਪ ਜੀ ਦੀਆਂ ਸੰਸਾਰ ਵਿੱਚ ਅਮਨ ਅਤੇ ਸ਼ਾਂਤੀ ਸਥਾਪਿਤ ਕਰਨ ਦੀਆਂ ਇਹ ਕੋਸ਼ਿਸ਼ਾਂ ਕਾਮਯਾਬ ਹੋਣ ਲੱਗੀਆਂ ਹਨ। ਹੁਣ ਉਹ ਸਮਾਂ ਆ ਗਿਆ ਹੈ ਜਦੋਂ ਸੰਸਾਰ ਵਿੱਚ ਅਮਨ ਅਤੇ ਸ਼ਾਂਤੀ ਚਾਹਣ ਵਾਲੇ ਆਪ ਜੀ ਨੂੰ ਅਮਨ ਦੇ ਦੂਤ ਵਜੋਂ ਪਛਾਣਨ ਲੱਗੇ ਹਨ। ਸੋ ਜਨੇਵਾ, ਸਵਿਟਜ਼ਰਲੈਂਡ ਦੇ ਬਿਸ਼ਪ ਡਾਕਟਰ ਐਮਨ ਹੋਵਰਡ, ਜਿਹੜੇ ਇੰਟਰਫੇਥ ਇੰਟਰਨੈਸ਼ਨਲ ਦੇ ਮੈਂਬਰ ਅਤੇ ਮਨੁੱਖੀ ਸੇਵਾ ਦੀ ਸੰਸਥਾ ਫੀਡ ਐਂਡ ਫੈਮਿਲੀ ਦੇ ਸੰਸਥਾਪਕ ਵੀ ਹਨ, ਉਹਨਾਂ ਨੇ ਇਮਾਮ ਜਮਾਤ-ਏ ਅਹਿਮਦੀਆ ਦੀ ਅਮਨ ਅਤੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਆਖਿਆ, ਇਹ ਸ਼ਖਸ ਜਾਦੂਗਰ ਤਾਂ ਨਹੀਂ, ਲੇਕਿਨ ਇਹਨਾਂ ਦੇ ਸ਼ਬਦ ਜਾਦੂ ਦਾ ਅਸਰ ਆਪਣੇ ਅੰਦਰ ਰੱਖਦੇ ਹਨ। ਇਹ ਹੌਲੀ ਹੌਲੀ ਬੋਲਦੇ ਹਨ, ਫਿਰ ਵੀ ਇਹਨਾਂ ਦੇ ਬਾਬਰਕਤ ਮੁਖ ਤੋਂ ਨਿਕਲੇ ਹੋਏ ਸ਼ਬਦ ਆਪਣੇ ਅੰਦਰ ਅਤਿਅੰਤ ਸ਼ਕਤੀ, ਊਰਜਾ ਅਤੇ ਮਾਣ ਅਤੇ ਸਤਿਕਾਰ ਰੱਖਦੇ ਹਨ। ਇਸ ਪ੍ਰਕਾਰ ਦਾ ਦਲੇਰ ਅਤੇ ਜੁਰਅਤ ਰੱਖਣ ਵਾਲਾ ਇਨਸਾਨ ਮੈਂ ਆਪਣੇ ਜੀਵਨ ਵਿੱਚ ਕਦੇ ਨਹੀਂ ਵੇਖਿਆ। ਆਪ ਜੀ ਵਰਗੇ ਜੇਕਰ 3 ਮਨੁੱਖ ਇਸ ਸੰਸਾਰ ਨੂੰ ਮਿਲ ਜਾਣ ਤਾਂ ਸੰਸਾਰ ਵਿੱਚ ਅਮਨ ਅਤੇ ਸ਼ਾਂਤੀ ਦੀ ਸਥਾਪਨਾ ਮਹੀਨਿਆਂ ਨਹੀਂ ਸਗੋਂ ਦਿਨਾਂ ਵਿੱਚ ਸਥਾਪਿਤ ਹੋ ਸਕਦੀ ਹੈ ਅਤੇ ਇਹ ਸੰਸਾਰ ਅਮਨ ਅਤੇ ਸ਼ਾਂਤੀ ਨਾਲ ਸਵਰਗ ਬਣ ਸਕਦਾ ਹੈ। ਡਾਕਟਰ ਸਾਹਿਬ ਅੱਗੇ ਆਖਦੇ ਹਨ, ਮੈਂ ਇਸਲਾਮ ਦੇ ਬਾਰੇ ਕੋਈ ਚੰਗੇ ਵਿਚਾਰ ਮਨ ਵਿੱਚ ਨਹੀਂ ਰੱਖਦਾ ਸੀ। ਹੁਣ ਇਮਾਮ ਜਮਾਤ-ਏ ਅਹਿਮਦੀਆ ਦੇ ਇਸਲਾਮ, ਅਮਨ, ਸ਼ਾਂਤੀ ਬਾਰੇ ਵਿਚਾਰ ਸੁਣ ਕੇ ਮੇਰੇ ਵਿਚਾਰ ਇਸਲਾਮ ਬਾਰੇ ਪੂਰਨ ਰੂਪ ਵਿੱਚ ਬਦਲ ਚੁੱਕੇ ਹਨ। ਅੰਤਰਰਾਸ਼ਟਰੀ ਅਖਬਾਰ ਅਲ-ਫਜ਼ਲ 4 ਜਨਵਰੀ 2013। ਇਸੇ ਪ੍ਰਕਾਰ ਏਵਨ ਬਾਟੋਲੋ ਸਾਹਿਬ, ਜਿਹੜੇ ਮਾਲਟਾ ਦੇ ਮੀਡੀਆ ਨਾਲ ਸੰਬੰਧ ਰੱਖਦੇ ਹਨ, ਉਹ ਇਮਾਮ ਜਮਾਤ-ਏ ਅਹਿਮਦੀਆ ਜੀ ਬਾਰੇ ਆਖਦੇ ਹਨ, ਹਕੀਕਤ ਵਿੱਚ ਸਤਿਕਾਰਯੋਗ ਖਲੀਫਾ ਸਾਹਿਬ ਅਮਨ ਅਤੇ ਸ਼ਾਂਤੀ ਦੇ ਮਹਾਨ ਦੂਤ ਹਨ ਅਤੇ ਮੈਂ ਖਲੀਫਾ ਸਾਹਿਬ ਦੀ ਸ਼ਖਸੀਅਤ ਅਤੇ ਸੰਸਾਰ ਵਿੱਚ ਖਲੀਫਾ ਸਾਹਿਬ ਦੇ ਅਮਨ ਅਤੇ ਸ਼ਾਂਤੀ ਨੂੰ ਸਥਾਪਿਤ ਕਰਨ ਦੇ ਯਤਨਾਂ ਨਾਲ ਬਹੁਤ ਹੀ ਪ੍ਰਭਾਵਿਤ ਹੋਇਆ ਹਾਂ। ਅੰਤਰਰਾਸ਼ਟਰੀ ਅਖਬਾਰ ਅਲ-ਫਜ਼ਲ 4 ਜਨਵਰੀ 2013। ਇਸੇ ਪ੍ਰਕਾਰ ਮੈਡਰਿਡ ਸਪੇਨ ਦੀ ਪੋਪੂਲਰ ਪਾਰਟੀ ਦੇ ਮੈਂਬਰ ਜੋਜ਼ ਮੈਰੀਆ ਐਲਨਸੋ ਆਖਦੇ ਹਨ, ਸਤਿਕਾਰਯੋਗ ਖਲੀਫਾ ਸਾਹਿਬ ਇੱਕ ਮਹਾਨ ਇਨਸਾਨ ਹਨ ਜਿਨ੍ਹਾਂ ਦੇ ਵਜੂਦ ਤੋਂ ਅਮਨ ਅਤੇ ਸ਼ਾਂਤੀ ਦੀਆਂ ਕਿਰਨਾਂ ਨਿਕਲਦੀਆਂ ਹਨ। ਅੰਤਰਰਾਸ਼ਟਰੀ ਅਖਬਾਰ ਅਲ-ਫਜ਼ਲ 4 ਜਨਵਰੀ 2013। ਸੋ ਅਮਨ ਦੇ ਦੂਤ ਇਮਾਮ ਜਮਾਤ-ਏ ਅਹਿਮਦੀਆ ਫਰਮਾਉਂਦੇ ਹਨ, ਅੱਜ ਸੰਸਾਰ ਵਿੱਚ ਅਮਨ ਅਤੇ ਸ਼ਾਂਤੀ ਦੀ ਸਥਾਪਨਾ ਇੱਕ ਬਹੁਤ ਵੱਡਾ ਮਸਲਾ ਹੈ। ਹਰ ਪਾਸੇ ਡਰ, ਖੌਫ ਅਤੇ ਸ਼ਾਂਤੀ ਹੈ।
ਇਨਸਾਨੀਅਤ ਨੂੰ ਤਬਾਹ ਤੇ ਬਰਬਾਦ ਕਰਨ ਵਾਲੇ ਹਥਿਆਰ ਆਮ ਹੋ ਗਏ ਹਨ। ਇੱਕ ਇਨਸਾਨ ਦੂਜੇ ਇਨਸਾਨ ਦਾ ਦੁਸ਼ਮਣ ਬਣਿਆ ਹੋਇਆ ਹੈ। ਸ਼ਕਤੀਸ਼ਾਲੀ ਕੌਮਾਂ ਆਪਣੇ ਤੋਂ ਕਮਜ਼ੋਰ ਕੌਮਾਂ ਤੇ ਜ਼ੁਲਮ ਕਰ ਰਹੀਆਂ ਹਨ। ਇਹਨਾਂ ਹਾਲਾਤਾਂ ਤੋਂ ਬਾਹਰ ਆਉਣ ਦਾ ਇੱਕ ਹੀ ਮਾਰਗ ਹੈ ਕਿ ਮੁਸਲਮਾਨ ਆਪਣੇ ਅਮਲਾਂ ਨਾਲ ਇਸਲਾਮ ਨੂੰ ਬਦਨਾਮ ਕਰਨਾ ਛੱਡ ਦੇਣ, ਇਸਲਾਮ ਦੀ ਅਮਨ ਅਤੇ ਸ਼ਾਂਤੀ ਦੀ ਸਿੱਖਿਆ ਤੇ ਅਮਲ ਕਰਨ ਅਤੇ ਆਪਸ ਵਿੱਚ ਇਕੱਠੇ ਹੋ ਜਾਣ। ਦੂਜੀਆਂ ਕੌਮਾਂ ਨੂੰ ਵੀ ਅਮਨ ਅਤੇ ਸ਼ਾਂਤੀ ਇਸਲਾਮ ਤੋਂ ਹੀ ਪ੍ਰਾਪਤ ਹੋ ਸਕਦੀ ਹੈ। ਅਸਲ ਵਿੱਚ ਸੰਸਾਰ ਦਾ ਅਮਨ ਇਸਲਾਮ ਦੇ ਨਾਲ ਹੀ ਸੰਬੰਧ ਰੱਖਦਾ ਹੈ। ਸੋ ਅਸਲ ਵਿੱਚ ਇਸਲਾਮ ਦਾ ਅਰਥ ਹੀ ਸ਼ਾਂਤੀ ਹੈ। ਇਸਲਾਮ ਅਮਨ, ਸ਼ਾਂਤੀ, ਆਪਸੀ ਪ੍ਰੇਮ ਅਤੇ ਸਤਿਕਾਰ ਦੀ ਸਿੱਖਿਆ ਦਿੰਦਾ ਹੈ। ਇਸਲਾਮ ਸਾਨੂੰ ਸਿਖਾਉਂਦਾ ਹੈ ਕਿ ਸਤਿਕਾਰਯੋਗ ਮਜ਼ਹਬੀ ਮਹਾਂਪੁਰਸ਼ਾਂ ਅਤੇ ਦੂਜਿਆਂ ਦੇ ਮਜ਼ਹਬੀ ਆਸਥਾਵਾਂ ਦਾ ਆਦਰ ਕੀਤਾ ਜਾਵੇ। ਇਸਲਾਮ ਇਨਸਾਫ, ਸੁਲਹ ਸਫਾਈ, ਪ੍ਰੇਮ ਤੇ ਸਤਿਕਾਰ ਨੂੰ ਸਥਾਪਿਤ ਕਰਨ ਦੀ ਸਿੱਖਿਆ ਦਿੰਦਾ ਹੈ ਅਤੇ ਇਸਲਾਮ ਇੱਕ ਦੂਜੇ ਦੇ ਹੱਕਾਂ ਦੀ ਹਿਫਾਜ਼ਤ ਦਾ ਸੰਦੇਸ਼ ਵੀ ਸਾਨੂੰ ਦਿੰਦਾ ਹੈ। ਇਸਲਾਮ ਹਰ ਪ੍ਰਕਾਰ ਦੀ ਈਰਖਾ, ਵੈਰ ਵਿਰੋਧ, ਨਫ਼ਰਤ ਅਤੇ ਅਸ਼ਾਂਤੀ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦਾ ਹੈ। ਇਸਲਾਮ ਕਿਸੇ ਵੀ ਪ੍ਰਕਾਰ ਦੀ ਆਤੰਕਵਾਦੀ ਗਤੀਵਿਧੀ, ਨਫ਼ਰਤ, ਖੌਫ ਅਤੇ ਅਸ਼ਾਂਤੀ ਦੇ ਕੰਮਾਂ ਦੀ ਨਿੰਦਿਆ ਕਰਦਾ ਹੈ। ਸਪਤਾਹਿਕ ਅਖਬਾਰ ਬਦਰ, ਕਾਦੀਆਂ, ਦਸੰਬਰ 2013। ਸੋ ਸੱਚਾਈ ਵੀ ਇਹ ਹੈ ਕਿ ਅਮਨ ਦੀ ਖਾਹਿਸ਼ ਹੋਣ ਦੇ ਬਾਅਦ ਵੀ ਲੋਕਾਂ ਨੂੰ ਉਸ ਵੇਲੇ ਤੱਕ ਅਮਨ ਅਤੇ ਸ਼ਾਂਤੀ ਨਸੀਬ ਨਹੀਂ ਹੋ ਸਕਦੀ ਜਦੋਂ ਤੱਕ ਸੰਸਾਰ ਵਿੱਚ ਵਸਣ ਵਾਲੀ ਹਰੇਕ ਮਖਲੂਕ ਨਾਲ ਦਿਲਾਂ ਵਿੱਚ ਰਹਿਮ ਅਤੇ ਹਮਦਰਦੀ ਨਾ ਹੋਵੇ। ਇਸਲਾਮ ਨੇ ਅੰਤਰਰਾਸ਼ਟਰੀ ਪੱਧਰ ਤੇ ਅਮਨ, ਸ਼ਾਂਤੀ, ਪ੍ਰੇਮ, ਸਤਿਕਾਰ, ਮਖਲੂਕ ਦੀ ਸੇਵਾ ਅਤੇ ਮਾਨਵਤਾ ਦੇ ਸਤਿਕਾਰ ਦੀ ਜਿਹੜੀ ਸਿੱਖਿਆ ਦਿੱਤੀ ਹੈ ਉਹ ਪੂਰਨ ਅਤੇ ਲਾਭਕਾਰੀ ਅਤੇ ਅਤੀ ਉੱਤਮ ਹੈ ਅਤੇ ਇਸਲਾਮ ਦੀ ਸਿੱਖਿਆ ਸੰਸਾਰ ਵਿੱਚ ਅਮਨ ਦੀ ਸਥਾਪਨਾ ਕਰ ਸਕਦੀ ਹੈ। ਸੋ ਇਸੇ ਪ੍ਰਕਾਰ ਇਸਲਾਮ ਨੇ ਰੱਬ ਦਾ ਜਿਹੜਾ ਰੂਪ ਸੰਸਾਰ ਦੇ ਲੋਕਾਂ ਸਾਹਮਣੇ ਪੇਸ਼ ਕੀਤਾ ਹੈ ਉਹ ਅਸਲਾਮ ਹੈ, ਅਰਥਾਤ ਅਮਨ ਅਤੇ ਸ਼ਾਂਤੀ ਪ੍ਰਦਾਨ ਕਰਨ ਵਾਲਾ। ਜਦੋਂ ਤੱਕ ਕੋਈ ਮਨੁੱਖ ਅਮਨ ਅਤੇ ਸ਼ਾਂਤੀ ਦੇ ਮਾਰਗ ਤੇ ਨਾ ਚੱਲੇ ਉਸ ਸਮੇਂ ਤੱਕ ਉਹ ਮਨੁੱਖ ਰੱਬ ਦਾ ਪਿਆਰਾ ਨਹੀਂ ਬਣ ਸਕਦਾ। ਇਸੇ ਲਈ ਇਸਲਾਮ ਦੇ ਸੰਸਥਾਪਕ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਮੁਸਲਮਾਨ ਤਾਂ ਉਹ ਹੈ ਜਿਸ ਦੇ ਹੱਥ ਅਤੇ ਜੀਭ ਤੋਂ ਦੂਜੇ ਮਨਪਸੰਦ ਸ਼ਹਿਰੀ ਮਹਿਫੂਜ਼ ਰਹਿਣ। ਬੁਖਾਰੀ ਕਿਤਾਬੁਲ ਈਮਾਨ। ਇਸੇ ਪ੍ਰਕਾਰ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਮੋਮਨ ਮੁਸਲਮਾਨ ਤਾਂ ਉਹ ਹੈ ਜਿਸ ਤੋਂ ਦੂਜੇ ਸਾਰੇ ਮਨੁੱਖ ਅਮਨ ਵਿੱਚ ਰਹਿਣ। ਮੁਸਨਦ ਅਹਿਮਦ ਬਿਨ ਹੰਬਲ, ਪੰਨਾ 215। ਸੋ ਇਸਲਾਮ ਨੇ ਸਾਰੀ ਮਾਨਵਤਾ ਅਤੇ ਸਾਰੇ ਹੀ ਮਜ਼ਹਬਾਂ ਦੇ ਮੰਨਣ ਵਾਲਿਆਂ ਨੂੰ ਇਸ ਗੱਲ ਤੇ ਗੌਰ ਕਰਨ ਦਾ ਸੰਦੇਸ਼ ਦਿੱਤਾ ਹੈ ਕਿ ਸਾਰੇ ਹੀ ਮਜ਼ਹਬਾਂ ਦੇ ਮੰਨਣ ਵਾਲੇ ਇੱਕ ਸਰਵ ਸ਼ਕਤੀਮਾਨ ਹਸਤੀ ਨੂੰ ਮੰਨਦੇ ਹਨ। ਕੋਈ ਉਸ ਨੂੰ ਪਰਮੇਸ਼ਵਰ ਕਹਿੰਦਾ ਹੈ, ਕੋਈ ਉਸ ਨੂੰ ਖੁਦਾ ਜਾਂ ਗੋਡ ਕਹਿੰਦਾ ਹੈ ਅਤੇ ਕੋਈ ਉਸ ਨੂੰ ਵਾਹਿਗੁਰੂ ਦੇ ਨਾਂ ਨਾਲ ਯਾਦ ਕਰਦਾ ਹੈ। ਨਾ ਵੱਖਰੇ ਵੱਖਰੇ ਹੋਣ ਕਾਰਨ ਉਸ ਸਰਵ ਸ਼ਕਤੀਮਾਨ ਦੀ ਹਸਤੀ ਵੱਖਰੀ ਵੱਖਰੀ ਨਹੀਂ ਹੋ ਸਕਦੀ। ਜਿਸ ਨਾਂ ਨਾਲ ਵੀ ਉਸ ਸਰਵ ਸ਼ਕਤੀਮਾਨ ਹਸਤੀ ਨੂੰ ਪੁਕਾਰੋ ਅਤੇ ਯਾਦ ਕਰੋ, ਸਾਰੇ ਹੀ ਸੁੰਦਰ ਨਾਂ ਉਸੀ ਹਸਤੀ ਦੇ ਹਨ। ਰੱਬ ਤਾਂ ਸਾਰਿਆਂ ਦਾ ਇੱਕੋ ਹੀ ਹੈ। ਇਸਲਾਮ ਦੀ ਸਿੱਖਿਆ ਹੈ ਕਿ ਖੁਦਾ ਦੀ ਜ਼ਾਤ ਰੱਬੁਲ ਆਲਮੀਨ ਹੈ। ਉਹ ਮਨੁੱਖਾਂ ਦਾ ਪਾਲਣਹਾਰ ਅਤੇ ਸਿਰਜਣਹਾਰ ਹੈ। ਰੱਬ ਦੀ ਕੁਦਰਤ ਦਾ ਕਾਨੂੰਨ ਸਾਰਿਆਂ ਲਈ ਇੱਕ ਸਮਾਨ ਹੈ। ਰੱਬ ਕਿਸੇ ਮਨੁੱਖ ਨਾਲ ਵਿਤਕਰਾ ਨਹੀਂ ਕਰਦਾ। ਖੁਦਾ ਉਸ ਦਾ ਵੀ ਪਾਲਣਹਾਰ ਹੈ ਜੋ ਉਸ ਦਾ ਇਨਕਾਰੀ ਹੈ। ਜਿਸ ਪ੍ਰਕਾਰ ਰੱਬ ਸਾਰਿਆਂ ਨਾਲ ਬਰਾਬਰ ਸਲੂਕ ਕਰਦਾ ਹੈ, ਉਸੇ ਪ੍ਰਕਾਰ ਸਾਨੂੰ ਵੀ ਸਾਰੀ ਮਾਨਵਤਾ ਅਤੇ ਇਨਸਾਨੀਅਤ ਨਾਲ ਬਰਾਬਰੀ ਦਾ ਅਤੇ ਪ੍ਰੇਮ ਅਤੇ ਪਿਆਰ ਦਾ ਸਲੂਕ ਕਰਨਾ ਹੋਵੇਗਾ। ਹਰ ਇਨਸਾਨ ਨੂੰ ਇਨਸਾਨ ਸਮਝਦੇ ਹੋਏ, ਰੱਬ ਦੀ ਮਖਲੂਕ ਸਮਝਦੇ ਹੋਏ ਉਸ ਨਾਲ ਬਰਾਬਰੀ ਅਤੇ ਹਮਦਰਦੀ ਦਾ ਸਲੂਕ ਕਰਨਾ ਹੋਵੇਗਾ। ਜੇਕਰ ਇਹ ਕਿਸੇ ਵੀ ਮਜ਼ਹਬ ਨਾਲ ਸੰਬੰਧ ਰੱਖਣ ਵਾਲੇ ਹੋਵੇ ਉਸ ਦਾ ਸਤਿਕਾਰ ਕਰਨਾ ਹੋਵੇਗਾ। ਸੋ ਇਸਲਾਮ ਦੇ ਸੰਸਥਾਪਕ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਸਾਰੇ ਸੰਸਾਰ ਨੂੰ ਸੰਦੇਸ਼ ਦਿੰਦੇ ਹੋਏ ਫਰਮਾਉਂਦੇ ਹਨ, ਅਲ ਖਲਕੁ ਯਾਲੁல்லாਹ ਫਅਹੱਬੁਲ ਖਲਕ ਇਲੱਲਾਹ ਮਨ ਅਹਸਨ ਇਲਾ ਯਾਲਿhi, ਅਰਥਾਤ ਸਾਰੀ ਦੀ ਸਾਰੀ ਹੀ ਮਖਲੂਕ ਰੱਬ ਦਾ ਪਰਿਵਾਰ ਹੈ। ਸੋ ਰੱਬ ਨੂੰ ਆਪਣੀ ਮਖਲੂਕ ਵਿੱਚੋਂ ਉਹ ਮਨੁੱਖ ਸਭ ਤੋਂ ਅਧਿਕ ਪਿਆਰਾ ਹੈ ਜੋ ਉਸ ਦੇ ਪਰਿਵਾਰ ਨਾਲ ਚੰਗਾ ਸਲੂਕ ਕਰਦਾ ਹੈ। ਜਮਾਤ-ਏ ਅਹਿਮਦੀਆ ਦੇ ਸੰਸਥਾਪਕ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦੀਆਨੀ ਅਲੈਹਿਸਲਾਮ ਆਪਣੀ ਪੁਸਤਕ ਸਿਰਾਜ-ਏ ਮੁਨੀਰ ਪੰਨਾ 28 ਵਿੱਚ ਫਰਮਾਉਂਦੇ ਹਨ, ਸਾਡਾ ਇਹ ਉਸੂਲ ਹੈ ਕਿ ਸੰਸਾਰ ਵਿੱਚ ਵਸਣ ਵਾਲੇ ਸਾਰੇ ਹੀ ਮਨੁੱਖਾਂ ਨਾਲ ਪ੍ਰੇਮ ਅਤੇ ਹਮਦਰਦੀ ਕਰੋ। ਜੇਕਰ ਮੇਰਾ ਇੱਕ ਸ਼ਰਧਾਲੂ ਆਪਣੇ ਹਿੰਦੂ ਗਵਾਂਢੀ ਨੂੰ ਵੇਖਦਾ ਹੈ ਕਿ ਉਸ ਦੀ ਹਵੇਲੀ ਵਿੱਚ ਅੱਗ ਲੱਗ ਗਈ ਹੈ ਅਤੇ ਉਹ ਨਹੀਂ ਉੱਠਦਾ ਕਿ ਅੱਗ ਬੁਝਾਉਣ ਵਿੱਚ ਉਸ ਦੀ ਮਦਦ ਕਰੇ, ਤਾਂ ਮੈਂ ਸੱਚ ਸੱਚ ਆਖਦਾ ਹਾਂ ਕਿ ਉਸ ਦਾ ਮੇਰੇ ਨਾਲ ਕੋਈ ਸੰਬੰਧ ਨਹੀਂ ਹੈ।
ਜੇਕਰ ਇੱਕ ਸ਼ਖਸ ਮੇਰੇ ਸ਼ਰਧਾਲੂਆਂ ਵਿੱਚੋਂ ਵੇਖਦਾ ਹੈ ਕਿ ਇੱਕ ਈਸਾਈ ਨੂੰ ਕੋਈ ਕਤਲ ਕਰਦਾ ਹੈ ਅਤੇ ਉਸ ਨੂੰ ਛੁਡਾਉਣ ਅਤੇ ਉਸ ਦੀ ਸਹਾਇਤਾ ਕਰਨ ਨੂੰ ਨਹੀਂ ਜਾਣਦਾ, ਤਾਂ ਮੈਂ ਸਾਫ਼-ਸਾਫ਼ ਕਹਿੰਦਾ ਹਾਂ ਕਿ ਉਹ ਮੇਰੇ ਸ਼ਰਧਾਲੂਆਂ ਵਿੱਚੋਂ ਨਹੀਂ ਹੈ। ਮੈਂ ਰੱਬ ਦੀ ਸਹੁੰ ਚੁੱਕ ਕੇ ਸੱਚ ਕਹਿੰਦਾ ਹਾਂ ਕਿ ਮੈਨੂੰ ਕਿਸੇ ਕੌਮ ਨਾਲ ਕੋਈ ਵੈਰ ਨਹੀਂ। ਜਿੱਥੋਂ ਤੱਕ ਮੇਰੇ ਵਸ ਵਿੱਚ ਹੈ ਮੈਂ ਉਹਨਾਂ ਦੀ ਖੈਰ ਚਾਹੁੰਦਾ ਹਾਂ। ਜੇਕਰ ਕੋਈ ਸਾਨੂੰ ਮੰਦਾ ਬੋਲੇ ਤਾਂ ਸਾਡੀ ਸ਼ਿਕਾਇਤ ਰੱਬ ਦੇ ਹਜ਼ੂਰ ਹੈ। ਅਸੀਂ ਕਿਸੇ ਨੂੰ ਮੰਦਾ ਨਹੀਂ ਆਖਦੇ। ਅਸਲ ਵਿੱਚ ਤਾਂ ਸੰਪੂਰਨ ਮਾਨਵਤਾ ਦੀ ਸੇਵਾ, ਹਮਦਰਦੀ ਅਤੇ ਸਤਿਕਾਰ ਸਾਡਾ ਕਰਤੱਵ ਹੈ। ਸੰਸਾਰ ਵਿੱਚ ਅਮਨ ਅਤੇ ਸ਼ਾਂਤੀ ਉਸੇ ਵੇਲੇ ਸਥਾਪਿਤ ਹੋ ਸਕਦੀ ਹੈ ਜਦੋਂ ਅਸੀਂ ਆਪਣੇ ਹਿਰਦਿਆਂ ਨੂੰ ਨਫ਼ਰਤ ਨੂੰ ਨਾਲ ਪਾਕ ਸਾਫ਼ ਕਰਕੇ ਸਾਰੇ ਹੀ ਮਜ਼ਹਬਾਂ ਅਤੇ ਸਾਰੇ ਹੀ ਮਜ਼ਹਬਾਂ ਦੇ ਮਹਾਪੁਰਸ਼ਾਂ ਅਤੇ ਸਾਰੇ ਹੀ ਮਜ਼ਹਬਾਂ ਦੇ ਗ੍ਰੰਥਾਂ ਦਾ ਪੂਰਾ ਮਾਣ ਅਤੇ ਸਤਿਕਾਰ ਕਰਾਂਗੇ। ਇਹ ਉਸੂਲ ਹੈ ਜਿਸ ਨਾਲ ਸੰਸਾਰ ਵਿੱਚ ਸ਼ੁੱਧ ਰੂਪ ਵਿੱਚ ਅਮਨ ਅਤੇ ਸ਼ਾਂਤੀ ਦੀ ਸਥਾਪਨਾ ਹੋ ਸਕਦੀ ਹੈ। ਸੰਸਾਰ ਵਿੱਚ ਅਮਨ ਅਤੇ ਸ਼ਾਂਤੀ ਨੂੰ ਸਥਾਪਿਤ ਕਰਨ ਲਈ ਇਸਲਾਮ ਨੇ ਸੁਨਹਿਰਾ ਅਤੇ ਪਵਿੱਤਰ ਸੰਦੇਸ਼ ਦਿੱਤਾ ਹੈ, ਵਲੇ ਕੁੱਲੇ ਕੌਮਿਨ ਹਾਦ, ਅਰਥਾਤ ਹਰ ਕੌਮ ਵੱਲ ਰੱਬ ਦੇ ਸਤਿਕਾਰਯੋਗ ਮਹਾਪੁਰਸ਼ ਆਏ ਹਨ। ਇੱਕ ਹੋਰ ਜ਼ਰੂਰੀ ਗੱਲ ਜਿਸ ਦਾ ਸੰਸਾਰ ਦੇ ਅਮਨ ਅਤੇ ਸ਼ਾਂਤੀ ਨੂੰ ਕਾਇਮ ਕਰਨ ਨਾਲ ਗਹਿਰਾ ਸੰਬੰਧ ਹੈ, ਉਹ ਪਵਿੱਤਰ ਕੁਰਾਨ ਦੀ ਸੂਰਤ ਆਲੇ ਇਮਰਾਨ ਦੀ ਉਹ ਆਇਤ ਹੈ ਜਿਸ ਦੀ ਮੈਂ ਸ਼ੁਰੂ ਵਿੱਚ ਤਿਲਾਵਤ ਕੀਤੀ ਹੈ, ਜਿਸ ਵਿੱਚ ਰੱਬ ਫਰਮਾਉਂਦਾ ਹੈ, ਤੂੰ ਇਹ ਆ ਕਿ ਹੇ ਪੁਸਤਕ ਦੇ ਅਨੁਸਾਰੀਓ, ਤੁਸੀਂ ਸਾਰੇ ਹੀ ਇੱਕ ਅਜਿਹੀ ਗੱਲ ਵੱਲ ਆ ਜਾਓ ਜੋ ਤੁਹਾਡੇ ਤੇ ਸਾਡੇ ਵਿਚਾਲੇ ਇੱਕ ਸਮਾਨ ਹੈ, ਤੇ ਉਹ ਇਹ ਹੈ ਕਿ ਅਸੀਂ ਸਾਰੇ ਹੀ ਇੱਕ ਰੱਬ ਦੀ ਇਬਾਦਤ ਕਰੀਏ। ਸੋ ਇੱਕ ਈਸ਼ਵਰਵਾਦ ਸੰਸਾਰ ਵਿੱਚ ਅਮਨ ਸਥਾਪਿਤ ਕਰਨ ਦੀ ਨੀਂਹ ਹੈ। ਆਪਸੀ ਪ੍ਰੇਮ ਅਤੇ ਭਾਈਚਾਰਾ ਇੱਕ ਈਸ਼ਵਰਵਾਦ ਦੀ ਸਿੱਖਿਆ ਤੋਂ ਜਨਮ ਲੈਂਦਾ ਹੈ। ਇੱਕ ਪਿਤਾ ਦੀ ਸੰਤਾਨ ਵਿੱਚ ਜੇਕਰ ਅਸਮਾਨਤਾ ਹੋਵੇ ਤਾਂ ਵੀ ਦੋ ਵੀਰ ਕਦੇ ਵੀ ਆਪਸ ਵਿੱਚ ਇੱਕ ਚੰਗੇ ਪਰਿਵਾਰ ਤੋਂ ਸੰਬੰਧ ਰੱਖਣ ਦੇ ਉਪਰੰਤ ਨਹੀਂ ਲੜਦੇ। ਇਸੇ ਅਸੂਲ ਅਨੁਸਾਰ ਇਸਲਾਮ ਦੇ ਸੰਸਥਾਪਕ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨੇ ਨਜਰਾਨ ਦੇ ਈਸਾਈ ਵੀਰਾਂ ਨੂੰ ਮਹਿਮਾਨ ਦੇ ਤੌਰ ਤੇ ਮਦੀਨਾ ਵਿੱਚ ਆਪਣੀ ਮੁਕੱਦਸ ਅਤੇ ਪਵਿੱਤਰ ਮਸਜਿਦ ਨਬੀ ਵਿੱਚ ਠਹਿਰਾਇਆ। ਹੋਰ ਜਦੋਂ ਉਹਨਾਂ ਦੀ ਇਬਾਦਤ ਦਾ ਸਮਾਂ ਆਇਆ ਤਾਂ ਆਪ ਜੀ ਨੇ ਖੁੱਲੇ ਮਨ ਤੋਂ ਫਰਮਾਇਆ ਕਿ ਮਸਜਿਦ ਤਾਂ ਬਣੀ ਹੀ ਰੱਬ ਦੀ ਇਬਾਦਤ ਲਈ ਹੈ, ਤੁਸੀਂ ਇਸ ਵਿੱਚ ਆਪਣੇ ਤਰੀਕੇ ਅਨੁਸਾਰ ਇਬਾਦਤ ਕਰ ਸਕਦੇ ਹੋ। ਹਜ਼ਰਤ ਇਮਾਮ ਜਮਾਤ ਅਹਿਮਦੀਆ ਨੇ ਪੋਪ ਬੈਨੀਡਿਕਟ ਜੀ ਨੂੰ ਜਿਹੜਾ ਪੱਤਰ ਸੰਸਾਰ ਵਿੱਚ ਅਮਨ ਦੀ ਸਥਾਪਨਾ ਵਾਸਤੇ ਲਿਖਿਆ, ਉਸ ਵਿੱਚ ਆਪ ਜੀ ਨੇ ਇਹੋ ਲਿਖਿਆ, ਅਹਿਮਦੀਆ ਮੁਸਲਿਮ ਜਮਾਤ ਸੱਚੇ ਇਸਲਾਮ ਦੀ ਪੈਰਵੀ ਕਰਦੀ ਹੈ ਅਤੇ ਰੱਬ ਦੀ ਰਜ਼ਾ ਹਾਸਲ ਕਰਨ ਲਈ ਹੀ ਕੰਮ ਕਰਦੀ ਹੈ। ਜੇਕਰ ਕਿਸੇ ਵੀ ਗਿਰਜੇ ਜਾਂ ਧਾਰਮਿਕ ਸਥਲ ਦੀ ਸੁਰੱਖਿਆ ਦੀ ਲੋੜ ਹੋਵੇ ਤਾਂ ਅਸੀਂ ਤੁਹਾਡੇ ਨਾਲ ਖਲੋਏ ਹਾਂ। ਸਪਤਾਹਿਕ ਬਦਰ ਅਮਨ ਨੰਬਰ ਪੰਨਾ 40। ਸੋ ਇਮਾਮ ਜਮਾਤ ਅਹਿਮਦੀਆ ਨੇ ਯੂਰਪੀਅਨ ਪਾਰਲੀਮੈਂਟ ਦੇ ਆਪਣੇ ਲੈਕਚਰ ਵਿੱਚ ਫਰਮਾਇਆ, ਇੱਕ ਹੋਰ ਅਸੂਲ ਜਿਸ ਦੀ ਇਸਲਾਮ ਸਿੱਖਿਆ ਦਿੰਦਾ ਹੈ ਉਹ ਇਹ ਹੈ ਕਿ ਅਮਨ ਸਥਾਪਿਤ ਕਰਨ ਦੀ ਕੋਸ਼ਿਸ਼ ਵਿੱਚ ਇਹ ਜ਼ਰੂਰੀ ਹੈ ਕਿ ਕੋਈ ਵੀ ਕੌਮ ਕਿਸੇ ਵੀ ਪ੍ਰਕਾਰ ਦੀ ਵਡਿਆਈ ਦਾ ਇਜ਼ਹਾਰ ਨਾ ਕਰੇ। ਪਵਿੱਤਰ ਕੁਰਾਨ ਦੀ ਸਿੱਖਿਆ ਹੈ ਕਿ ਸਾਰੀਆਂ ਹੀ ਕੌਮਾਂ ਅਤੇ ਨਸਲਾਂ ਬਰਾਬਰ ਹਨ ਅਤੇ ਸੰਸਾਰ ਦੇ ਸਾਰੇ ਮਨੁੱਖਾਂ ਨਾਲ ਬਰਾਬਰੀ ਦਾ ਸਲੂਕ ਕੀਤਾ ਜਾਵੇ। ਪਵਿੱਤਰ ਕੁਰਾਨ ਦੀ ਸਿੱਖਿਆ ਹੈ, ਅਰਥਾਤ ਹੈ ਲੋਕੋ, ਅਸੀਂ ਤੁਹਾਨੂੰ ਕਈ ਟੋਲੀਆਂ ਤੇ ਕਬੀਲਿਆਂ ਵਿੱਚ ਵੰਡ ਦਿੱਤਾ ਹੈ ਤਾਂ ਜੋ ਤੁਸੀਂ ਇੱਕ ਦੂਜੇ ਨੂੰ ਪਛਾਣ ਸਕੋ। ਅੱਲਾਹ ਦੇ ਨੇੜੇ ਤੁਹਾਡੇ ਵਿੱਚੋਂ ਉਹ ਵਧੇਰੇ ਪਵਿੱਤਰ ਹਨ ਜੋ ਸੰਜਮੀ ਹਨ। ਸੋ ਇਸਲਾਮ ਧਰਮ ਦੇ ਸੰਸਥਾਪਕ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਫਰਮਾਉਂਦੇ ਹਨ, ਹੇ ਲੋਕੋ, ਕੰਨ ਖੋਲ ਕਰ ਸੁਣ ਲਓ ਕਿ ਤੁਹਾਡਾ ਰੱਬ ਇੱਕ ਹੈ ਅਤੇ ਤੁਹਾਡਾ ਪਿਤਾ ਵੀ ਇੱਕ ਸੀ। ਅਤੇ ਫਿਰ ਇੱਕ ਵਾਰੀ ਕੰਨ ਖੋਲ ਕੇ ਸੁਣ ਲਓ ਕਿ ਅਰਬ ਵਾਲਿਆਂ ਨੂੰ ਗੈਰ ਅਰਬਾਂ ਤੇ ਅਤੇ ਗੈਰ ਅਰਬਾਂ ਨੂੰ ਅਰਬ ਵਾਲਿਆਂ ਤੇ ਕੋਈ ਵਡਿਆਈ ਨਹੀਂ ਅਤੇ ਨਾ ਹੀ ਗੋਰਿਆਂ ਨੂੰ ਕਾਲਿਆਂ ਤੇ ਕੋਈ ਵਡਿਆਈ ਹੈ ਅਤੇ ਨਾ ਕਾਲਿਆਂ ਨੂੰ ਗੋਰਿਆਂ ਤੇ ਕੋਈ ਵਡਿਆਈ ਹੈ। ਕੇਵਲ ਕਿਸੇ ਅਜਿਹੀ ਨਿੱਜੀ ਗੁਣ ਦੇ ਜਿਸ ਨਾਲ ਕੋਈ ਮਨੁੱਖ ਕਿਸੇ ਦੂਜੇ ਮਨੁੱਖ ਤੋਂ ਅੱਗੇ ਹੋ ਜਾਵੇ। ਮੁਸਨਦ ਅਹਿਮਦ ਬਿਨ ਹੰਬਲ। ਇਹ ਹੈ ਇਸਲਾਮ ਦਾ ਉਹ ਮੁੱਢਲਾ ਅਤੇ ਸੁਨਹਿਰਾ ਅਸੂਲ ਜੋ ਸੰਸਾਰ ਵਿੱਚ ਅਮਨ ਦੀ ਸਥਾਪਨਾ ਲਈ ਵੱਖ-ਵੱਖ ਕੌਮਾਂ ਅਤੇ ਇਲਾਕਿਆਂ ਦੇ ਵਿੱਚ ਆਪਸੀ ਭਾਈਚਾਰੇ ਤੇ ਏਕਤਾ ਦੀ ਨੀਂਹ ਰੱਖਦਾ ਹੈ। ਇਸੇ ਪ੍ਰਕਾਰ ਇਸਲਾਮ ਸਾਨੂੰ ਹਰੇਕ ਦੇ ਨਾਲ ਬਰਾਬਰੀ ਕਰਨ ਅਤੇ ਇਨਸਾਫ ਕਰਨ ਦੀ ਵੀ ਸਿੱਖਿਆ ਦਿੰਦਾ ਹੈ। ਇਹੋ ਚੀਜ਼ ਅਸਲ ਵਿੱਚ ਅਮਨ ਕਾਇਮ ਕਰਨ ਵਾਲੀ ਹੈ। ਇਸਲਾਮ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਉਹਨਾਂ ਲੋਕਾਂ ਨਾਲ ਵੀ ਇਨਸਾਫ ਕੀਤਾ ਜਾਵੇ ਜੋ ਤੁਹਾਡੇ ਨਾਲ ਨਫ਼ਰਤ ਅਤੇ ਦੁਸ਼ਮਣੀ ਕਰਦੇ ਹਨ। ਅੱਲਾਹ ਤਾਲਾ ਪਵਿੱਤਰ ਕੁਰਾਨ ਵਿੱਚ ਫਰਮਾਉਂਦਾ ਹੈ, ਅਰਥਾਤ ਕਿਸੇ ਜਾਤੀ ਦਾ ਵੈਰ ਤੁਹਾਨੂੰ ਕਦੇ ਵੀ ਇਸ ਗੱਲ ਦੀ ਪ੍ਰੇਰਨਾ ਨਾ ਦੇ ਸਕੇ ਕਿ ਤੁਸੀਂ ਇਨਸਾਫ ਨਾ ਕਰੋ। ਤੁਸੀਂ ਇਨਸਾਫ ਨੂੰ ਹੀ ਮੁੱਖ ਰੱਖੋ। ਇਸ ਸੰਜਮਤਾ ਦੇ ਬਹੁਤ ਹੀ ਨੇੜੇ ਹੈ। ਸੋ ਅਦਲ, ਇਨਸਾਫ ਅਤੇ ਬਰਾਬਰੀ ਦੀ ਸਿੱਖਿਆ ਲਿਖਤਾਂ ਵਿੱਚ ਹੀ ਨਹੀਂ ਹੈ, ਸਗੋਂ ਇਸਲਾਮ ਦੇ ਸੰਸਥਾਪਕ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਇਹਨਾਂ ਸਿੱਖਿਆਵਾਂ ਤੇ ਆਪ ਵੀ ਅਮਲ ਕਰਕੇ ਵਿਖਾਇਆ। ਬਾਨੀਏ ਇਸਲਾਮ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਸਮਾਜ ਦੇ ਗਰੀਬਾਂ, ਦਬਿਆਂ ਕੁਚਲਿਆਂ, ਬੇਸਹਾਰਿਆਂ, ਗੁਲਾਮਾਂ ਅਤੇ
ਅਨਾਥਾਂ ਨਾਲ ਸਦਾ ਹੀ ਰਹਿਮ ਅਤੇ ਹਮਦਰਦੀ ਦਾ ਸਲੂਕ ਕਰਦੇ ਸਨ। ਆਪ ਜੀ ਦਾ ਇੱਕ ਬਹੁਤ ਹੀ ਗਰੀਬ ਸ਼ਰਧਾਲੂ ਜਿਨ੍ਹਾਂ ਦਾ ਨਾਂ ਹਜ਼ਰਤ ਜ਼ਾਹਿਰ ਸੀ, ਉਹ ਇੱਕ ਵਾਰ ਮਿੱਟੀ ਅਤੇ ਗਾਰੇ ਵਿੱਚ ਪਸੀਨੇ ਨਾਲ ਲਿਬੜੇ ਹੋਏ ਕੱਲੇ ਤੇ ਬੇਸਹਾਰਾ ਬਾਜ਼ਾਰ ਵਿੱਚ ਖਲੋਤੇ ਹੋਏ ਸਨ। ਕੋਈ ਵੀ ਉਸ ਗਰੀਬ ਵੱਲ ਵੇਖ ਨਹੀਂ ਰਿਹਾ ਸੀ। ਸਦਕੇ ਜਾਈਏ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਤੇ ਕਿ ਆਪ ਜੀ ਆਉਂਦੇ ਹਨ ਅਤੇ ਉਸ ਗਰੀਬ ਪਸੀਨੇ ਅਤੇ ਗਾਰੇ ਨਾਲ ਲਿਬੜੇ ਹੋਏ ਬੰਦੇ ਦੀਆਂ ਅੱਖਾਂ ਵਿੱਚ ਹੱਥ ਰੱਖ ਕੇ ਬੜੇ ਪ੍ਰੇਮ ਅਤੇ ਸਤਿਕਾਰ ਨਾਲ ਪੁੱਛਦੇ ਹਨ, ਦੱਸ ਮੈਂ ਕੌਣ ਹਾਂ? ਉਹ ਗਰੀਬ ਮਜ਼ਦੂਰ ਰੋਣ ਲੱਗਦਾ ਹੈ ਅਤੇ ਬੜੇ ਹੀ ਦਰਦ ਨਾਲ ਕਹਿੰਦਾ ਹੈ, ਹੇ ਮੁਹੰਮਦ, ਮੈਂ ਆਪ ਜੀ ਤੇ ਸਦਕੇ ਜਾਵਾਂ, ਆਪ ਜੀ ਦੇ ਇਲਾਵਾ ਹੋਰ ਕੌਣ ਹੋ ਸਕਦਾ ਹੈ ਜਿਹੜਾ ਇੱਕ ਗਰੀਬ ਅਤੇ ਬੇਸਹਾਰਾ ਨੂੰ ਇੰਨਾ ਮਾਨ ਅਤੇ ਸਤਿਕਾਰ ਬਖਸ਼ੇ। ਇਹ ਹੈ ਇਸਲਾਮ ਦੀ ਉਹ ਸਿੱਖਿਆ ਜਿਸ ਵਿੱਚ ਸਮਾਜ ਦੇ ਹਰ ਵਰਗ ਦੇ ਬੰਦਿਆਂ ਨਾਲ ਬਰਾਬਰੀ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ। ਇਹੋ ਕਾਰਨ ਹੈ ਕਿ ਇਸਲਾਮ ਦੇ ਸੰਸਥਾਪਕ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਪਵਿੱਤਰ ਜੀਵਨੀ ਦਾ ਜਿਸ ਕਿਸੇ ਨੇ ਵੀ ਇਨਸਾਫ ਦੀ ਨਜ਼ਰਾਂ ਨਾਲ ਅਧਿਐਨ ਕੀਤਾ, ਉਹ ਆਪ ਜੀ ਦੇ ਇਨਸਾਨੀਅਤ, ਹਮਦਰਦੀ ਅਤੇ ਰਹਿਮਦਿਲੀ ਦਾ ਇਕਰਾਰ ਕੀਤੇ ਬਗੈਰ ਨਾ ਰਹਿ ਸਕਿਆ। ਸੋ ਯੂਰਪ ਦੇ ਮਸ਼ਹੂਰ ਇਤਿਹਾਸਕਾਰ ਮਿਸਟਰ ਆਰਥਰ ਨੇ ਆਪਣੀ ਪੁਸਤਕ ਹਿਸਟਰੀ ਆਫ ਇਸਲਾਮ ਵਿੱਚ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਬੜੀ ਸ਼ਲਾਘਾ ਕਰਦੇ ਹੋਏ ਲਿਖਿਆ, ਮੁਹੰਮਦ ਸਾਹਿਬ ਜੀ ਦੇ ਆਚਰਣ ਬਹੁਤ ਉੱਤਮ ਸਨ। ਆਪ ਜੀ ਦੇ ਉੱਚ ਆਚਰਣ, ਸਾਦਗੀ, ਨਿਮਰਤਾ, ਇਨਸਾਨੀਅਤ ਅਤੇ ਸੰਜਮਤਾ ਦੀ ਸ਼ਲਾਘਾ ਕਰਨੀ ਪੈਂਦੀ ਹੈ। ਆਪ ਜੀ ਬਹੁਤ ਪਵਿੱਤਰ ਹਿਰਦੇ ਅਤੇ ਰਹਿਮ ਅਤੇ ਹਮਦਰਦੀ ਕਰਨ ਵਾਲੇ ਇੱਕ ਸਤਿਕਾਰਯੋਗ ਮਹਾਨ ਅਵਤਾਰ ਸਨ। ਇਸੇ ਪ੍ਰਕਾਰ ਇਸਲਾਮ ਨੇ ਦੂਜੇ ਮਜ਼ਹਬਾਂ ਦੇ ਬੰਦਿਆਂ ਨਾਲ ਸਤਿਕਾਰ ਅਤੇ ਪ੍ਰੇਮ ਕਰਨ ਦੀ ਸਿੱਖਿਆ ਵੀ ਦਿੱਤੀ ਹੈ। ਸੋ ਇੱਕ ਵਾਰ ਦੂਜੇ ਮਜ਼ਹਬ ਦੇ ਅਨੁਯਾਈ ਜਿਹੜਾ ਕਿ ਯਹੂਦੀ ਸੀ, ਉਸ ਦਾ ਸਵਰਗਵਾਸ ਹੋ ਗਿਆ ਸੀ। ਉਸ ਦੀ ਅਰਥੀ ਨੂੰ ਚੁੱਕ ਕੇ ਲੋਕ ਲੈ ਜਾ ਰਹੇ ਸਨ। ਹਜ਼ਰਤ ਮੁਹੰਮਦ ਸਾਹਿਬ ਉਸ ਦੀ ਅਰਥੀ ਨੂੰ ਵੇਖ ਕੇ ਖਲੋ ਗਏ ਅਤੇ ਦੁੱਖ ਦਾ ਇਜ਼ਹਾਰ ਆਪ ਜੀ ਨੇ ਕੀਤਾ। ਆਪ ਜੀ ਦੇ ਸ਼ਰਧਾਲੂਆਂ ਨੇ ਹੈਰਾਨ ਹੋ ਕੇ ਪੁੱਛਿਆ, ਹੇ ਪਿਆਰੇ ਰਸੂਲ, ਅਸੀਂ ਤੁਹਾਡੇ ਤੇ ਸਦਕੇ ਜਾਈਏ, ਇਹ ਤਾਂ ਇੱਕ ਦੂਜੇ ਮਜ਼ਹਬ ਦੇ ਯਹੂਦੀ ਦੀ ਅਰਥੀ ਹੈ। ਆਪ ਜੀ ਨੇ ਬੜੇ ਪ੍ਰੇਮ ਅਤੇ ਸਤਿਕਾਰ ਨਾਲ ਫਰਮਾਇਆ, ਹਾਂ ਇਹ ਵੀ ਤਾਂ ਇੱਕ ਇਨਸਾਨ ਹੈ, ਉਸ ਵਿੱਚ ਵੀ ਤਾਂ ਜਾਨ ਸੀ। ਜਦੋਂ ਕਿਸੇ ਦੀ ਜਾਨ ਨਿਕਲਦੀ ਹੈ ਤਾਂ ਉਸ ਨੂੰ ਅਤਿਅੰਤ ਤਕਲੀਫ ਹੁੰਦੀ ਹੈ। ਇਸੇ ਪ੍ਰਕਾਰ ਇਸਲਾਮ ਨੇ ਅਦਲ ਅਤੇ ਇਨਸਾਫ ਕਰਨ ਦੀ ਸਿੱਖਿਆ ਵੀ ਦਿੱਤੀ ਹੈ। ਸੋ ਕਬੀਲਾ ਕੁਰੈਸ਼ ਦੇ ਇੱਕ ਵੱਡੇ ਪਰਿਵਾਰ ਦੀ ਇੱਕ ਔਰਤ ਫਾਤਮਾ ਮਖਜ਼ੂਮੀ ਚੋਰੀ ਦੇ ਅਪਰਾਧ ਵਿੱਚ ਕੈਦ ਕਰਕੇ ਲਿਆਈ ਗਈ। ਕੁਰੈਸ਼ ਦੇ ਲੋਕਾਂ ਨੇ ਖਿਆਲ ਕਰਕੇ ਕਿ ਵੱਡੇ ਪਰਿਵਾਰ ਦੀ ਔਰਤ ਹੈ, ਹਜ਼ਰਤ ਉਸਾਮਾ ਬਿਨ ਜ਼ੈਦ ਦੇ ਹੱਥ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਦਰਬਾਰ ਵਿੱਚ ਉਸ ਔਰਤ ਨੂੰ ਛੱਡ ਦੇਣ ਦੀ ਸਿਫਾਰਿਸ਼ ਕੀਤੀ ਤਾਂ ਕਿ ਉਸ ਨੂੰ ਚੋਰੀ ਦੇ ਅਪਰਾਧ ਦੀ ਸਜ਼ਾ ਨਾ ਦਿੱਤੀ ਜਾਵੇ। ਆਪ ਜੀ ਨੇ ਹਜ਼ਰਤ ਉਸਾਮਾ ਨੂੰ ਇਹ ਫਰਮਾਇਆ, ਕੀ ਤੁਸੀਂ ਅੱਲਾਹ ਦੇ ਹੁਕਮ ਦੇ ਖਿਲਾਫ ਸਿਫਾਰਿਸ਼ ਕਰਨ ਆਏ ਹੋ? ਫਿਰ ਆਪ ਜੀ ਨੇ ਸਾਰਿਆਂ ਹੀ ਲੋਕਾਂ ਦੇ ਸਾਹਮਣੇ ਫਰਮਾਇਆ, ਹੇ ਲੋਕੋ, ਤੁਹਾਡੇ ਵਿੱਚੋਂ ਪਹਿਲੀ ਕੌਮਾਂ ਇਸ ਲਈ ਬਰਬਾਦ ਹੋ ਗਈਆਂ ਕਿ ਜਦੋਂ ਕੋਈ ਵੱਡੇ ਪਰਿਵਾਰ ਵਾਲਾ ਚੋਰੀ ਕਰਦਾ ਤਾਂ ਉਸ ਨੂੰ ਛੱਡ ਦਿੱਤਾ ਜਾਂਦਾ ਅਤੇ ਜਦੋਂ ਕੋਈ ਕਮਜ਼ੋਰ ਚੋਰੀ ਕਰਦਾ ਤਾਂ ਉਸ ਨੂੰ ਸਜ਼ਾ ਦਿੰਦੇ। ਰੱਬ ਦੀ ਸਹੁੰ, ਇਸ ਫਾਤਮਾ ਮਖਜ਼ੂਮੀ ਦੀ ਕੀ ਗੱਲ ਕਰਦੇ ਹੋ? ਜੇਕਰ ਮੁਹੰਮਦ ਦੀ ਕੁੜੀ ਫਾਤਮਾ ਚੋਰੀ ਕਰਦੀ ਤਾਂ ਮੈਂ ਉਸ ਦੇ ਵੀ ਹੱਥ ਵੱਢ ਦਿੰਦਾ। ਮੈਂ ਸਦਕੇ ਜਾਵਾਂ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੇ ਕਿੰਨੇ ਜ਼ੋਰਦਾਰ ਸ਼ਬਦਾਂ ਵਿੱਚ ਅਤੇ ਕਿੰਨੇ ਹੀ ਦਰਦ ਨਾਲ ਆਪ ਜੀ ਨੇ ਇਸਲਾਮ ਦੇ ਅਦਲ ਅਤੇ ਇਨਸਾਫ ਦੀ ਸਿੱਖਿਆ ਨੂੰ ਸੰਸਾਰ ਵਿੱਚ ਕਾਇਮ ਕੀਤਾ, ਜਿਸ ਦੀ ਉਦਾਹਰਣ ਸਾਨੂੰ ਹੋਰ ਕਿਤੇ ਨਹੀਂ ਮਿਲਦੀ। ਅਤੇ ਉਹ ਅਮਨ ਬਖਸ਼ ਉਸੂਲ ਹੈ ਜਿਸ ਨੂੰ ਜੇਕਰ ਸੰਸਾਰ ਦੇ ਸਾਰੇ ਹੀ ਦੇਸ਼ ਅਪਣਾ ਲੈਣ ਤਾਂ ਸੰਸਾਰ ਵਿੱਚੋਂ ਬੇਚੈਨੀ ਅਤੇ ਨਫ਼ਰਤ ਦਾ ਮਾਹੌਲ ਦੂਰ ਹੋ ਸਕਦਾ ਹੈ। ਜਮਾਤ-ਏ ਅਹਿਮਦੀਆ ਦੇ ਮੌਜੂਦਾ ਰੂਹਾਨੀ ਇਮਾਮ ਫਰਮਾਉਂਦੇ ਹਨ, ਸੰਸਾਰ ਵਿੱਚ ਅਮਨ ਸਥਾਪਿਤ ਕਰਨ ਲਈ ਇਹ ਜ਼ਰੂਰੀ ਗੱਲ ਹੈ ਕਿ ਸਭ ਤੋਂ ਪਹਿਲਾਂ ਅਸੀਂ ਆਪਣੇ ਪਾਲਣਹਾਰ ਅਤੇ ਸਿਰਜਣਹਾਰ ਰੱਬ ਨੂੰ ਪਛਾਣੀਏ ਅਤੇ ਉਸ ਦਾ ਹੱਕ ਅਦਾ ਕਰੀਏ ਅਤੇ ਫਿਰ ਉਸ ਦੀ ਮਖਲੂਕ ਦਾ ਹੱਕ ਅਦਾ ਕਰੀਏ। ਜੇਕਰ ਇਹ ਦੋਵੇਂ ਹੀ ਹੱਕ ਅਦਾ ਹੋਣ ਤਾਂ ਸੰਸਾਰ ਵਿੱਚ ਹਕੀਕੀ ਅਮਨ ਤੇ ਸ਼ਾਂਤੀ ਕਾਇਮ ਹੋ ਸਕਦੀ ਹੈ। ਅੰਤਰਰਾਸ਼ਟਰੀ ਅਖਬਾਰ ਅਲ-ਫਜ਼ਲ 18 ਜੁਲਾਈ 2008 ਜਮਾਤ-ਏ ਅਹਿਮਦੀਆ ਦੇ ਮੌਜੂਦਾ ਰੂਹਾਨੀ ਇਮਾਮ ਅੱਜ ਸਾਰੇ ਸੰਸਾਰ ਨੂੰ ਅੰਤਰਰਾਸ਼ਟਰੀ ਐਟਮੀ ਜੰਗ ਤੋਂ ਬਚਣ ਲਈ ਬੜੇ ਦਰਦ ਨਾਲ ਸੁਚੇਤ ਕਰ ਰਹੇ ਹਨ ਅਤੇ ਆਪ ਜੀ ਪੂਰੇ ਸੰਸਾਰ ਵਿੱਚ ਅਮਨ ਅਤੇ ਸ਼ਾਂਤੀ ਦੀ ਸਥਾਪਨਾ ਲਈ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ। ਆਪ ਜੀ ਦੇ ਮਨ ਵਿੱਚ ਸੰਸਾਰ ਵਿੱਚ ਅਮਨ ਅਤੇ ਸ਼ਾਂਤੀ ਸਥਾਪਿਤ ਕਰਨ ਦਾ ਕਿੰਨਾ ਦਰਦ ਹੈ, ਇਸ ਗੱਲ ਦਾ ਗਿਆਤ ਸਾਨੂੰ ਆਪ ਜੀ ਦੀ ਪੁਸਤਕ ਵਰਲਡ ਕ੍ਰਾਈਸਿਸ ਐਂਡ ਦਾ ਪਾਥਵੇ ਟੂ ਪੀਸ ਦਾ ਅਧਿਐਨ ਕਰਕੇ ਹੋ ਜਾਂਦਾ ਹੈ।
ਆਪ ਜੀ ਜਮਾਤ ਅਹਿਮਦੀਆ ਦੇ ਆਪਣੇ ਸ਼ਰਧਾਲੂਆਂ ਨੂੰ ਫਰਮਾਉਂਦੇ ਹਨ, ਦਾਸ ਦੇ ਸੰਸਾਰ ਵਿੱਚ ਅਮਨ ਅਤੇ ਸ਼ਾਂਤੀ ਨੂੰ ਸਥਾਪਿਤ ਕਰਨ ਵਾਲੇ ਲੈਕਚਰ ਅਤੇ ਸੰਸਾਰ ਦੀਆਂ ਪ੍ਰਮੁੱਖ ਹਸਤੀਆਂ ਦੇ ਨਾਂ ਦਾਸ ਦੇ ਪੱਤਰ ਵਰਲਡ ਕ੍ਰਾਈਸਿਸ ਐਂਡ ਦਾ ਪਾਥਵੇ ਟੂ ਪੀਸ ਦੇ ਨਾਂ ਤੇ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ। ਇਹ ਪੁਸਤਕ ਪੜ੍ਹੇ ਲਿਖੇ ਲੋਕਾਂ ਨੂੰ ਅਤੇ ਖਾਸ ਤੌਰ ਤੇ ਇਖਤਿਆਰ ਰੱਖਣ ਵਾਲੇ ਸੱਤਾਧਾਰੀਆਂ ਨੂੰ ਪੜ੍ਹਨ ਲਈ ਦਿਓ ਤਾਂ ਉਹਨਾਂ ਨੂੰ ਇਸਲਾਮ ਦੀ ਅਮਨ ਬਖਸ਼ ਸਿੱਖਿਆ ਤੋਂ ਅਵਗਤ ਕਰਵਾਇਆ ਜਾਵੇ, ਤਾਂ ਉਹਨਾਂ ਦੀਆਂ ਅੱਖਾਂ ਖੁੱਲ੍ਹਣ ਅਤੇ ਇਸਲਾਮ ਬਾਰੇ ਗਲਤ ਜਾਣਕਾਰੀ ਕਾਰਨ ਜਿਹੜੀ ਇਸਲਾਮ ਬਾਰੇ ਨਫ਼ਰਤ ਉਹਨਾਂ ਦੇ ਹਿਰਦਿਆਂ ਵਿੱਚ ਹੈ ਉਹ ਦੂਰ ਹੋਵੇ ਅਤੇ ਇਸਲਾਮ ਦੀ ਸੱਚੀ ਅਤੇ ਪ੍ਰੇਮ ਅਤੇ ਸਤਿਕਾਰ ਦੀ ਤਸਵੀਰ ਉਹਨਾਂ ਦੇ ਹਿਰਦਿਆਂ ਵਿੱਚ ਉਤਪੰਨ ਹੋਵੇ। ਸਪਤਾਹਿਕ ਬਦਰ ਅਮਨ ਅਤੇ ਸ਼ਾਂਤੀ ਦੀ ਸਥਾਪਨਾ ਨੰਬਰ 2013। ਸੋ ਇਮਾਮ ਜਮਾਤ ਅਹਿਮਦੀਆ ਦੇ ਇਹਨਾਂ ਅਮਨ ਅਤੇ ਸ਼ਾਂਤੀ ਦੇ ਲੈਕਚਰਾਂ ਨੂੰ ਸੁਣ ਕੇ ਫਰਾਂਸ ਦੀ ਯੂਨੀਵਰਸਿਟੀ ਦੇ ਪ੍ਰੋਫੈਸਰ ਮਿਸਟਰ ਮਾਰਕੋ ਟਿਆਨੀ ਆਖਦੇ ਹਨ, ਮੈਂ ਬਹੁਤ ਹੀ ਖੁਸ਼ਕਿਸਮਤ ਹਾਂ ਕਿ ਮੈਨੂੰ ਬਹੁਤ ਹੀ ਸਤਿਕਾਰਯੋਗ ਇਮਾਮ ਜਮਾਤ ਅਹਿਮਦੀਆ ਦੀ ਸਰਬਰਾਹੀ ਹੇਠ ਯੂਰਪੀਅਨ ਪਾਰਲੀਮੈਂਟ ਵਿੱਚ ਹੋਣ ਵਾਲੇ ਸਮਾਗਮ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ। ਮੇਰੇ ਲਈ ਇਹ ਬਹੁਤ ਹੀ ਸਤਿਕਾਰ ਅਤੇ ਬਰਕਤ ਦਾ ਵਿਸ਼ਾ ਹੈ ਕਿ ਮੈਂ ਇੱਕ ਹਕੀਕੀ ਅਮਨ ਅਤੇ ਸ਼ਾਂਤੀ ਦੀ ਸਥਾਪਨਾ ਕਰਨ ਵਾਲੇ, ਇਨਸਾਨੀ ਹੱਕ ਦੀ ਰੱਖਿਆ ਕਰਨ ਵਾਲੇ, ਇੱਕ ਮਹਾਨ ਰੂਹਾਨੀ ਸ਼ਖਸੀਅਤ ਅਤੇ ਮਜ਼ਹਬੀ ਆਜ਼ਾਦੀ ਚਾਹਣ ਵਾਲੇ ਇੱਕ ਸੱਚੇ ਇਨਸਾਨ ਦੀ ਮੌਜੂਦਗੀ ਵਿੱਚ ਇੱਥੇ ਹਾਜ਼ਰ ਹਾਂ। ਮੇਰੇ ਲਈ ਇਹ ਬਹੁਤ ਹੀ ਮਾਣ ਅਤੇ ਸਤਿਕਾਰ ਦਾ ਵਿਸ਼ਾ ਹੈ ਕਿ ਮੈਂ ਰੱਬ ਦੇ ਇੱਕ ਰੂਹਾਨੀ ਬੰਦੇ ਨਾਲ ਮਿਲਿਆ ਹਾਂ ਜੋ ਕਿ ਇੱਕ ਮਰਦ ਖੁਦਾ ਹਨ। ਆਪ ਜੀ ਅਮਨ ਅਤੇ ਸਲਾਮਤੀ ਅਤੇ ਆਪਸੀ ਪ੍ਰੇਮ ਦਾ ਪ੍ਰਚਾਰ ਕਰਨ ਵਾਲੇ ਇੱਕ ਮਹਾਨ ਰੂਹਾਨੀ ਸ਼ਖਸੀਅਤ ਹਨ ਅਤੇ ਪ੍ਰੇਮ ਸਭ ਨਾਲ, ਨਫ਼ਰਤ ਕਿਸੇ ਤੋਂ ਨਹੀਂ। ਇਹ ਗੱਲ ਸਭ ਤੋਂ ਸ਼ਕਤੀਸ਼ਾਲੀ ਅਤੇ ਸੰਸਾਰ ਵਿੱਚ ਅਮਨ ਸਥਾਪਿਤ ਕਰਨ ਵਾਲੀ ਹੈ। ਅੰਤਰਰਾਸ਼ਟਰੀ ਅਖਬਾਰ ਅਲ ਫਜ਼ਲ 4 ਜਨਵਰੀ 2013। ਸੋ ਮੌਜੂਦਾ ਇਮਾਮ ਜਮਾਤ ਅਹਿਮਦੀਆ ਫਰਮਾਉਂਦੇ ਹਨ, ਜਮਾਤ ਅਹਿਮਦੀਆ ਦਾ ਇਤਿਹਾਸ ਇਸ ਗੱਲ ਤੇ ਸਾਖੀ ਹੈ ਕਿ ਅਸੀਂ ਅਮਨ ਅਤੇ ਸ਼ਾਂਤੀ ਦੇ ਦੂਤ ਹਾਂ ਅਤੇ ਅਮਨ ਤੇ ਸ਼ਾਂਤੀ ਨੂੰ ਸੰਸਾਰ ਵਿੱਚ ਸਥਾਪਿਤ ਕਰਨ ਵਾਲੇ ਹਾਂ। ਇਸੇ ਪ੍ਰਕਾਰ ਆਪ ਜੀ ਅੱਗੇ ਫਰਮਾਉਂਦੇ ਹਨ, ਜਿਹੜਾ ਵੀ ਮਜ਼ਹਬ ਸੰਸਾਰ ਵਿੱਚ ਅਮਨ ਅਤੇ ਸ਼ਾਂਤੀ ਨੂੰ ਸਥਾਪਿਤ ਕਰਨ ਲਈ ਕੰਮ ਕਰਦਾ ਹੈ ਅਸੀਂ ਉਸ ਦੇ ਨਾਲ ਹਾਂ। ਆਪ ਜੀ ਫਰਮਾਉਂਦੇ ਹਨ, ਜਿਹੜਾ ਵੀ ਮਜ਼ਹਬ ਸੰਸਾਰ ਵਿੱਚ ਅਮਨ ਅਤੇ ਸ਼ਾਂਤੀ ਨੂੰ ਸਥਾਪਿਤ ਕਰਨ ਲਈ ਕੰਮ ਕਰਦਾ ਹੈ ਅਸੀਂ ਉਸ ਦੇ ਨਾਲ ਹਾਂ। ਅੰਤਰਰਾਸ਼ਟਰੀ ਅਖਬਾਰ ਅਲ ਫਜ਼ਲ 7 ਨਵੰਬਰ 2008 ਪੰਨਾ 11। ਮੇਰੇ ਸਤਿਕਾਰਯੋਗ ਸੱਜਣੋ, ਆਓ ਕਿ ਅੱਜ ਅਸੀਂ ਸਾਰੇ ਹੀ ਇਸ ਸਟੇਜ ਤੋਂ ਇਸ ਗੱਲ ਦਾ ਪ੍ਰਣ ਕਰੀਏ ਕਿ ਅਸੀਂ ਸਾਰੇ ਹੀ ਆਪਸ ਵਿੱਚ ਰਲ ਕੇ ਪ੍ਰੇਮ ਅਤੇ ਸਤਿਕਾਰ ਨਾਲ ਰਹਿੰਦੇ ਹੋਏ ਸੰਸਾਰ ਵਿੱਚ ਅਮਨ ਅਤੇ ਸ਼ਾਂਤੀ ਸਥਾਪਿਤ ਕਰਾਂਗੇ। ਸੋ ਜਮਾਤ ਅਹਿਮਦੀਆ ਦੀ ਇਹਨਾਂ ਸਿੱਖਿਆਵਾਂ ਅਨੁਸਾਰ ਅਸੀਂ ਬੜੇ ਮਾਣ ਅਤੇ ਸਤਿਕਾਰ ਨਾਲ ਇਸ ਗੱਲ ਦਾ ਐਲਾਨ ਕਰਦੇ ਹਾਂ ਅਤੇ ਬੜੇ ਦਰਦ ਨਾਲ ਰੱਬ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਪਿੰਡ ਪਿੰਡ ਹੀ ਡੁੱਗੀ ਪਿਟਾ ਦੇ, ਪਿੰਡ ਪਿੰਡ ਹੀ ਡੁੱਗੀ ਪਿਟਾ ਦੇ। ਰੱਬਾ ਸਿੱਖ ਹਿੰਦੂ ਮੁਸਲਿਮ ਈਸਾਈ ਨੂੰ ਪ੍ਰੇਮੀ ਬਣਾ ਦੇ, ਰੱਬਾ ਸਿੱਖ ਹਿੰਦੂ ਮੁਸਲਿਮ ਈਸਾਈ ਨੂੰ ਪ੍ਰੇਮੀ ਬਣਾ ਦੇ, ਰੱਬਾ ਸਿੱਖ ਹਿੰਦੂ ਮੁਸਲਿਮ ਈਸਾਈ ਨੂੰ ਪ੍ਰੇਮੀ ਬਣਾ ਦੇ। ਰੱਬ ਕਰੇ ਅਜਿਹਾ ਹੀ ਹੋਵੇ। ਆਮੀਨ। ਲਵ ਫॉर ਆਲ, हेटेड फॉर नन। ਮੁਹੱਬਤ ਸਭ ਨਾਲ, ਨਫ਼ਰਤ ਕਿਸੇ ਤੋਂ ਨਹੀਂ। व आखिर दावाना अनिल हम्दुलिल्लाहि रब्बिल आलमीन।